ਮੇਰੇ ਜਿੰਨੇ ਭੈਣ ਭਰਾ ਤੁਸੀਂ ਇੱਥੇ ਬੈਠੇ ਜੇ, ਮੈਂ ਤੁਹਾਡੇ ਨਾਲ ਤਿੰਨ ਮੋਟੀਆਂ ਗੱਲਾਂ ਕਰਨੀਆਂ ਨੇ। ਇਦੋਂ ਪਹਿਲਾਂ ਵੀ ਪਾਣੀ ਆਉਂਦਾ ਰਿਹਾ, ਸਲਾਬ ਆਉਂਦਾ ਰਿਹਾ। ਉਹ ਪਾਣੀ ਆਇਆ, ਉਹ ਪਾਣੀ ਉਤਰ ਗਿਆ। ਉਹਦੀ ਜਿਹੜੀ ਮੁਸ਼ਕਲ ਬਣੀ, ਉਹ ਮੁਸ਼ਕਲ ਤੁਸਾਂ ਚੱਲੀ, ਕਿਸੇ ਹੋਰ ਨਹੀਂ ਚੱਲੀ। ਅੱਜ ਤੋਂ 2 ਸਾਲ ਪਹਿਲੇ ਵੀ ਪਾਣੀ ਆਇਆ। ਉਸ ਪਾਣੀ ਨਾਲ ਕਿੰਨਾ ਨੁਕਸਾਨ ਹੋਇਆ ਉਹਦਾ ਸਿਰਫ ਤੁਹਾਨੂੰ ਪਤਾ ਹੈ। ਤੁਹਾਡੀ ਜ਼ਿੰਦਗੀ ਕਿੰਨੀ ਮੁਤਾਸਰ ਹੋਈ, ਤੁਹਾਨੂੰ ਕਿੰਨੀ ਭੁੱਖ ਕੱਟਣੀ ਪਈ, ਕਿਹੜੀ ਮੁਸੀਬਤ ਤੁਸਾਂ ਝੇਲੀ, ਉਹਦੇ ਗਵਾਹ ਸਿਰਫ ਤੁਸੀਂ ਹੋ। ਕੋਈ ਤੀਸਰਾ ਬੰਦਾ, ਕੋਈ ਹਕੂਮਤ, ਕੋਈ ਤੁਹਾਡਾ ਨੁਮਾਇੰਦਾ, ਮੈਂ ਤੁਹਾਥੋਂ ਵੋਟ ਲੈਣਾ, ਬਾਬਾ ਰਸ਼ੀਦ ਖਾਨ ਤੁਹਾਡੇ ਤੋਂ ਵੋਟ ਲੈਂਦਾ ਹੈ, ਇਹ ਇੱਥੇ ਕੁਝ ਸਰਕਾਰੀ ਅਫਸਰ ਫਿਰਦੇ ਨੇ, ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੈ ਤੁਹਾਡੇ ਕੋਲੋਂ ਅਸੀਂ ਗਏ ਤੇ ਅਸੀਂ ਗਏ। ਭੁਗਤਿਆ ਤੁਸਾਂ ਹੈ। ਮੈਂ ਸਮਝਣਾ ਜਿਹੜੇ ਦਰਿਆ ਦੀ ਕੰਢੀ ਤੇ ਰਹਿਣ ਵਾਲੇ ਲੋਕ ਨੇ ਨਾ, ਬੜੇ ਹੀ ਬਹਾਦਰ ਲੋਕ ਨੇ। ਇਹ ਕੋਈ ਮਾਮੂਲੀ ਲੋਕ ਨਹੀਂ ਹੈਗੇ। ਇਹ ਸਾਲ ਦੇ ਸਾਲ, ਦੂਜੇ ਸਾਲ, ਤੀਜੇ ਸਾਲ ਇਹ ਮੁਸੀਬਤ ਸਹਿੰਦੇ ਨੇ। ਮੁਸੀਬਤ ਸਹਿ ਕੇ ਫਿਰ ਆਪਦੀ ਹਿੰਮਤ ਦੇ ਨਾਲ, ਆਪਦੇ ਹੌਸਲੇ ਦੇ ਨਾਲ ਉਹਨਾਂ ਹੀ ਖੇਤਾਂ ਨੂੰ ਦੁਬਾਰਾ ਆਬਾਦ ਵੀ ਕਰਦੇ ਨੇ, ਉੱਥੇ ਹੀ ਪੱਠਾ ਦੱਥਾ ਵੀ ਬੀਜਦੇ ਨੇ, ਉੱਥੇ ਹੀ ਵਾਹੀ ਜੁੱਤੀ ਵੀ ਕਰਦੇ ਨੇ। ਮੈਂ ਸਮਝਣਾ ਕਿ ਤੁਸੀਂ ਪਹਾੜ ਜਿੱਡਾ ਹੌਸਲਾ ਰੱਖਣ ਵਾਲੇ ਬੰਦੇ ਤੇ ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਦਿਨ ਰਾਤ ਮਿਹਨਤ ਮਜ਼ਦੂਰੀ ਕਰਦੀਆਂ ਨੇ, ਖੇਤਾਂ 'ਚ ਮਿਹਨਤ ਮਜ਼ਦੂਰੀ ਕਰਦੀਆਂ ਨੇ, ਤੁਸੀਂ ਇੱਕ ਤਕਲੀਫ ਦੇ ਆਲਮ 'ਚ ਹੋ। ਮੈਨੂੰ ਦੱਸਣ ਦੀ ਲੋੜ ਨਹੀਂ ਕਿ ਰਾਜੋਵਾਲ ਤੋਂ ਅੱਗੇ ਜਦੋਂ ਮੈਂ ਖਲਾ ਇੱਥੇ ਆ ਕੇ ਅੱਗੇ ਜਿੱਥੇ ਦਰਿਆ ਦੀ ਹੱਦ ਸ਼ੁਰੂ ਹੋਣੀ ਹੈ, ਕਿੰਦੀ ਪੈਲੀ ਹੈ, ਕਿੰਦੀ ਪੈਲੀ ਨਹੀਂ, ਬਾਬੇ ਰਸ਼ੀਦ ਖਾਨ ਨੂੰ ਵੀ ਦੱਸਣ ਦੀ ਲੋੜ ਨਹੀਂ। ਇੱਕ ਇੱਕ ਘਰ ਸਾਡਾ ਇੰਜ ਮੇਚਿਆ ਵੇਖਿਆ ਜਿੱਥੇ ਵਸਣ ਵਾਲਿਆਂ ਦਾ ਸਾਨੂੰ ਪਤਾ ਹੈ ਕੌਣ ਕਿੱਥੇ ਕੌਣ ਬੈਠਾ ਹੈ, ਕਿਹੜਾ ਬੈਠਾ ਹੈ, ਕਿੰਨੀ ਪੈਲੀ ਬੀਜਦਾ ਪਿਆ, ਕਿੰਨੇ ਬੰਦੇ ਸਾਂਭਦਾ ਪਿਆ, ਕਿੰਨੇ ਡੰਗਰ ਰੱਖਦਾ ਪਿਆ, ਪਰ ਰਲ ਕੇ ਵਸਨੇ ਆ, ਕੋਈ ਭੁੱਲ ਨਹੀਂ। ਇਸ ਵਾਸਤੇ ਅੰਦਾਜ਼ਾ ਹੈ ਤੁਹਾਡੀ ਤਕਲੀਫ ਦਾ ਇੱਕ ਅੰਦਾਜ਼ਾ ਅਸੀਂ ਲਾ ਸਕਨੇ ਇਸੇ ਬੁਨਿਆਦ ਤੇ ਕਿ ਕਿਸ ਕਿਸਮ ਦੀ ਤਕਲੀਫ ਹੈ। ਮੇਰੀ ਸਮਝ ਦੇ ਮੁਤਾਬਕ, ਬਾਬਾ ਜੀ ਦੀ ਸਮਝ ਦੇ ਮੁਤਾਬਕ ਸਾਡੀ ਇਹ ਜਿਹੜੀ ਸਰਕਾਰੀ ਇੰਤਜ਼ਾਮੀਆ ਮਸ਼ੀਨਰੀ ਜਿਹਨੂੰ ਵਜ਼ੀਰ ਆਜ਼ਮ ਸਾਹਿਬ ਦੀ ਹਦਾਇਤ ਹੈ, ਸ਼ਹਬਾਜ਼ ਸ਼ਰੀਫ ਸਾਹਿਬ ਦੀ, ਜਿਹਨੂੰ ਵਜ਼ੀਰ ਆਲਾ ਸਾਹਿਬਾ ਦੀ ਹਦਾਇਤ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ। ਭਾਵੇਂ ਇਹ ਜਿਹੜੇ ਰੈਸਕਿਊ ਦੇ ਮੁਲਾਜ਼ਮ ਸਨ, ਪੁਲਿਸ ਦੇ ਮੁਲਾਜ਼ਮ ਨੇ, ਰੈਵਨਿਊ ਦੇ ਮੁਲਾਜ਼ਮ ਨੇ, ਕਿਸ਼ਤੀ 'ਚ ਬੈਠ ਕੇ, ਬੋਟਾਂ ਤੇ ਬੈਠ ਕੇ ਅਤਰ ਸਿੰਘ ਵਾਲੇ ਤੋਂ ਪਾਰ ਜਿਹੜੀਆਂ ਆਬਾਦੀਆਂ ਸਨ, ਜਾਂ ਤਤਾਰੇ ਤੋਂ ਥੱਲੇ ਨਜਾਬਤ ਤੋਂ ਪਾਰ ਜਿਹੜੀਆਂ ਆਬਾਦੀਆਂ ਸਨ, ਕਿਸਾਨਾਂ ਦੇ ਝੁੱਗਿਆਂ ਤੱਕ, ਮੇਰਾ ਖਿਆਲ ਹੈ ਖਿਜ਼ਰ ਕੋਲ 10 ਵਾਰ ਪੁਲਿਸ ਖੁਦ ਗਈ, ਇੱਥੋਂ ਮੁੰਡੇ ਗਏ ਕਿ ਕਿਤੇ ਪਾਣੀ ਜ਼ਿਆਦਾ ਨਾ ਚੜ ਪਵੇ। ਤੁਸੀਂ ਜਿੱਥੇ ਬੈਠੇ ਜੇ ਇੱਥੋਂ ਉੱਠ ਬਵੋ, ਕਿਤੇ ਇਹ ਨਾ ਹੋਵੇ ਕਿ ਖੁਦਾ ਨਾ ਖਾਸਤਾ ਟਾਈਮ ਦੇ ਟਾਈਮ ਸੰਭਾਲਿਆ ਨਾ ਜਾਏ। ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਆਪਦੇ ਘਰ ਛੱਡਣਾ ਸੌਖਾ ਕੰਮ ਨਹੀਂ, ਤੁਹਾਡੀ ਮਿਹਰਬਾਨੀ। ਤੁਸੀਂ ਉੱਥੋਂ ਬੱਚਿਆਂ ਨੂੰ ਜਿਹੜੇ ਵਲਨਰੇਬਲ ਹੁੰਦੇ ਨੇ, ਜਿਨ੍ਹਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ, ਮੇਰੀਆਂ ਮਾਵਾਂ ਭੈਣਾਂ ਨੂੰ ਤੁਸੀਂ ਆਪਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਘੱਲਿਆ, ਤੁਸੀਂ ਪਿੰਡੋਂ ਉਹਨਾਂ ਆਬਾਦੀਆਂ 'ਚੋਂ ਕੱਢਿਆ ਜਿੱਥੇ ਕਿਤੇ ਵੀ ਤੁਸੀਂ ਬਾਹਰ ਖੂਹਾਂ ਤੇ ਬੈਠੇ ਸਾਜੇ, ਕਿਤੇ ਘਾਟੀਆਂ ਤੇ ਬੈਠੇ ਸਾਜੇ, ਤੁਸੀਂ ਉਹਨਾਂ ਨੂੰ ਕੱਢ ਕੇ ਬਾਹਰ ਆਪਦੇ ਉਹਨਾਂ ਪਿੰਡਾਂ 'ਚ ਰਿਸ਼ਤੇਦਾਰਾਂ ਕੋਲ ਭੇਜਿਆ। ਇਹ ਨਕਲ ਮਕਾਨੀ ਕਰਨਾ ਕੋਈ ਆਸਾਨ ਕੰਮ ਨਹੀਂ। ਫਿਰ ਮੈਂ ਵੀ ਵੇਖਿਆ ਜਾ ਕੇ, ਮੇਰੇ ਖਲਿਆਂ, ਬਾਬਾ ਜੀ ਵੀ ਉੱਥੇ ਖਲੇ ਸਨ, ਮੈਂ ਵੀ ਖਲਾ ਸਾਂ, ਮੇਰੇ ਖਲਿਆਂ ਦਰਿਆ ਦੀ ਢਾਲ ਲੱਗਣੀ ਸ਼ੁਰੂ ਹੋਈ, ਜ਼ਮੀਨ ਖੁਰਨੀ ਸ਼ੁਰੂ ਹੋਈ, ਉੱਤੋਂ ਬਾਰਿਸ਼ ਬਰਸਦੀ ਸੀ, ਥੱਲੋਂ ਪਾਣੀ ਇੰਜ ਸੀ ਜਿਵੇਂ ਹੜ੍ਹ ਛੁੱਟਾ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਪਤਾ ਨਹੀਂ ਇਹਦੇ 'ਚੋਂ ਨਿਕਲਾਂਗੇ ਤੇ ਕਿਵੇਂ ਨਿਕਲਾਂਗੇ। ਪਰ ਆਫਰੀ ਨੇ ਤੁਹਾਡੇ ਹੌਸਲੇ ਤੇ, ਜਿਹੜੇ ਤੁਸੀਂ ਲੋਕ ਜੇ, ਜਿਹੜੇ ਦਰਿਆ ਦੇ ਕੰਢੇ ਤੇ ਬੈਠੇ ਜੇ, ਤੁਸੀਂ ਬੜੀ ਹਿੰਮਤ ਨਾਲ, ਖੰਦਾ ਪਿਸ਼ਾਨੀ ਨਾਲ, ਬੜੇ ਹੌਸਲੇ ਨਾਲ, ਬੜੀ ਹਿਕਮਤ ਨਾਲ ਇੰਤਜ਼ਾਮੀਆ ਨਾਲ ਵੀ ਤਾਵਨ ਕੀਤਾ, ਆਪਦੇ ਬਾਲ ਬੱਚੇ ਨੂੰ, ਮਾਲ ਡੰਗਰ ਨੂੰ ਉੱਥੋਂ ਕੱਢਿਆ। ਅੱਜ ਅੱਲਾ ਦਾ ਸ਼ੁਕਰ ਹੈ ਕਿ ਉਹ ਆਫਤ ਟਲਦੀ ਨਜ਼ਰ ਆਉਂਦੀ ਪਈ ਹੈ। ਅੱਜ ਪਾਣੀ ਘਟ ਗਿਆ ਹੈ, ਪਾਣੀ ਲਹਿੰਦਾ ਹੈ ਪਿਆ। ਹਿੰਦੁਸਤਾਨ ਤੋਂ ਜਿਹੜਾ ਪਾਣੀ ਸਾਡੇ ਵੱਲ ਸੈਲਾਬੀ ਸੂਰਤ 'ਚ ਆਉਂਦਾ ਸੀ ਪਿਆ, ਅੱਜ ਉਹਦੇ 'ਚ ਬੇਤਹਾਸ਼ਾ ਕਮੀ ਆ ਗਈ ਹੈ। ਮਜ਼ੀਦ ਪਾਣੀ ਉਹ ਨਹੀਂ ਛੱਡ ਰਿਹਾ। ਪਰ ਅਸਲ ਮੁਸੀਬਤ ਤੇ ਹੁਣ ਸ਼ੁਰੂ ਹੋਣੀ। ਹੁਣ ਜਦੋਂ ਤੁਸੀਂ ਆਪਦੇ ਘਰਾਂ ਨੂੰ ਪਿੱਛਾ ਮੁੜਨਾ ਹੈ, ਨਾ ਪੱਠਾ ਦੱਥਾ, ਨਾ ਖਾਣ ਨੂੰ ਕੋਈ ਸ਼ੈ, ਬੀਜੀਆਂ ਪੈਲੀਆਂ ਉੱਡ ਗਈਆਂ, ਲੱਗੀਆਂ ਹਲਦੀਆਂ ਤਬਾਹ ਬਰਬਾਦ, ਮਕਈਆਂ ਰੁਲ ਗਈਆਂ, ਜਿੰਦੀ ਕਿਸੇ ਦੀ 10 ਕਿੱਲੇ ਸੀ, ਕਿੱਲਾ ਸੀ, ਮਰਲਾ ਸੀ, 100 ਕਿੱਲੇ ਸੀ, ਹਰ ਸ਼ੈ ਬਰਬਾਦ ਹੋ ਗਈ, ਨਜ਼ਰ ਆਉਂਦੀ ਹੈ ਪਈ। ਮੈਂ ਸਿਰਫ ਤੁਹਾਨੂੰ ਅੱਜ ਇਹ ਕਹਿਣ ਆਇਆ, ਇਹਦੇ 3 ਹਿੱਸੇ ਨੇ। ਮੈਂ ਤੁਹਾਨੂੰ ਕਿਹਾ ਸੀ ਕਿ ਮੈਂ 3 ਗੱਲਾਂ ਕਰਨੀਆਂ ਨੇ। ਪਹਿਲਾ ਹਿੱਸਾ ਸੀ ਕਿ ਜਦੋਂ ਪਾਣੀ ਆਇਆ ਉਦੋਂ ਸਾਰਿਆਂ ਰਲ ਕੇ ਕੋਸ਼ਿਸ਼ ਕੀਤੀ ਕਿ ਉਧਰ ਕੋਈ ਜਾਨੀ ਨੁਕਸਾਨ ਨਾ ਹੋਵੇ। ਜਿਵੇਂ ਹਿੰਦੁਸਤਾਨ ਤੋਂ
ਇੱਜੜ ਦੇ ਇੱਜੜ ਡੰਗਰਾਂ ਦੇ ਰਿੜਦੇ ਦਰਿਆ ਬੁਰਦ ਹੋਏ ਨੇ। ਕਿਤੇ ਸਾਡੇ ਵਾਲੇ ਪਾਸੇ ਵੀ ਇਹ ਨਾ ਹੋਵੇ, ਡੰਗਰ ਵੀ ਕੱਢੀਏ ਤੇ ਇਨਸਾਨੀ ਜਾਨਾਂ ਵੀ ਬਚਾਈਏ। ਤੁਹਾਡੇ ਮੀਆਂ ਸ਼ਾਬਾਸ਼ ਏ, ਤੁਸੀਂ ਤਾਵਨ ਕੀਤਾ ਆਪਣੇ ਪਾਸੇ। ਕੋਈ ਇੱਕਾ ਦੁੱਕਾ ਵਾਕਿਆ ਪੇਸ਼ ਆਇਆ, ਉਹਦਾ ਬਹੁਤ ਅਫਸੋਸ ਹੈ ਮੈਨੂੰ। ਇੱਕ ਉਹ ਜਿਹੜਾ ਬੱਚਾ ਸ਼ਹਿਰ ਤੋਂ ਆਇਆ, ਉਹ ਇੱਥੇ ਆ ਕੇ ਟਿਕਟੌਕ ਬਣਾਉਂਦਾ ਤੇ ਤਾਰੇ ਦੇ ਕੋਲ ਜਾ ਵਿੱਚ ਡਿੱਗਾ। ਕਿਸੇ ਮਾਂ ਦਾ ਪੁੱਤਰ ਸੀ, ਅੱਲਾ ਜਾਣੇ ਉਹਦੇ ਤੇ ਕੀ ਬੀਤੀ ਹੋਣੀ ਏ। ਮੈਂ ਇੰਤਜ਼ਾਮੀਆਂ ਨਾਲ ਲੜਿਆ ਕਿ ਕਿਉਂ ਨਹੀਂ ਸੀ ਪੁਲਿਸ ਲੱਗੀ ਉੱਥੇ ਉਹਨੂੰ ਰੋਕਣ ਜੋਗੀ, ਤੇ ਕਿਸ ਤਰ੍ਹਾਂ ਉਹਨੇ ਕਿਹਾ 50 ਰਾਹ ਨੇ ਕਿੱਥੇ ਕਿੱਥੇ ਖਲੋਂਦੇ ਬਾਹਰ ਕੈਫ। ਅੱਲਾ ਦਾ ਸ਼ੁਕਰ ਹੈ ਕਿ ਕੋਈ ਵੱਡੇ ਜਾਨੀ ਨੁਕਸਾਨ ਨਹੀਂ ਹੋਏ, ਪਰ ਜਿਹੜੇ ਇੱਕ ਦੋ ਹੋਏ ਨੇ, ਇੱਕ ਤਤਾਰੇ ਹੋਏ ਹੈ, ਉਹ ਵੀ ਪੱਠੇ ਲੈਣ ਗਿਆ, ਕਿਤੇ ਭੈੜੀ ਥਾਂ ਪੈਰ ਰੱਖ ਬੈਠਾ ਤੇ ਉੱਥੇ ਡੂੰਘਾ ਟੋਇਆ ਸੀ, ਉੱਥੇ ਵਿੱਚ ਡੁੱਬ ਕੇ ਮਰ ਗਿਆ। ਇੱਕ ਇਹ ਬੱਚਾ ਤੇ ਇੱਕ ਹੋਰ ਇੱਥੇ ਮੈਨੂੰ ਇਤਲਾਹ ਮਿਲੀ ਸੀ, ਸਾਂਦਾ ਖਾਨਵਾ ਮੱਝਾਂ ਨੂੰ ਕੱਢਣ ਲੱਗਾ। ਖੈਰ ਉਹ ਵਕਤ ਗੁਜ਼ਰ ਗਿਆ।